हाँ जी, स्वागत है जी तुहाडा सारिਆਂ ਦਾ ਸਾਡੇ YouTube ਚੈਨਲ एग्जाम स्टडी विद जॉब अलर्ट ਤੇ। ਸੋ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈੱਡ ਕਾਂਸਟੇਬਲ ਦਾ ਐਗਜ਼ਾਮ ਹੈ ਜਿਹੜਾ ਹੋਣ ਜਾ ਰਿਹਾ ਹੈ। ਸੋ ਪੁਰਾਣੇ ਪੇਪਰਾਂ ਦੇ ਵਿੱਚ ਜੋ ਵੀ ਕੁਐਸਚਨ ਆਏ ਹੋਏ ਨੇ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਜੋ ਵੀ ਐਗਜ਼ਾਮ ਦੇਣ ਜਾ ਰਹੇ ਨੇ ਸੋ ਚੰਗੀ ਤਰ੍ਹਾਂ ਇਹਨਾਂ ਕੁਐਸਚਨਾਂ ਨੂੰ ਰੀਡ ਕਰ ਲਿਓ। ਸਾਰੇ ਟੌਪਿਕਾਂ ਦੇ ਕੁਐਸਚਨ ਮਿਕਸ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਜਿਹੜੇ ਪਹਿਲਾਂ ਵਾਰ-ਵਾਰ ਐਗਜ਼ਾਮ ਦੇ ਵਿੱਚ ਪੁਰਾਣੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਹੈ। ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਤੁਹਾਨੂੰ ਹਰ ਇੱਕ ਅਪਡੇਟ ਸਮੇਂ ਸਿਰ ਮਿਲਦੀ ਰਹੇ। ਬਸ ਸਟਾਰਟ ਕਰਦੇ ਹਾਂ ਜੀ। ਇਹ ਕੁਐਸਚਨ ਤਾਂ ਪਹਿਲਾ ਪ੍ਰਸ਼ਨ ਹੈ 1857 ਦੇ ਵਿਦਰੋਹ ਦੌਰਾਨ ਚਰਬੀ ਵਾਲੇ ਕਾਰਤੂਸਾਂ ਦੀ ਸਿਖਲਾਈ ਦੇਣ ਵਾਲਾ ਕੇਂਦਰ ਕਿਹੜਾ ਸੀ? ਸਿਆਲਕੋਟ, ਅੰਬਾਲਾ, ਦਮਦਮ ਜਾਂ ਫਿਰ ਉਪਰੋਕਤ ਸਾਰੇ। ਤਾਂ ਇਹਦਾ ਰਾਈਟ ਆਨਸਰ ਆਏਗਾ ਉਪਰੋਕਤ ਸਾਰੇ। ਇਹ ਸਾਰੇ ਕੇਂਦਰ ਸੀਗੇ ਜੋ 1857 ਦਾ ਵਿਦਰੋਹ ਹੋਇਆ ਸੀ ਜਿਸ ਦੌਰਾਨ ਚਰਬੀ ਵਾਲੇ ਕਾਰਤੂਸ ਦੀ ਸਿਖਲਾਈ ਦਿੱਤੀ ਜਾਂਦੀ ਸੀ। ਤਾਂ ਇਹਦੇ ਵਿੱਚ ਸਿਆਲਕੋਟ, ਅੰਬਾਲਾ ਅਤੇ ਦਮਦਮ ਇਹ ਸਾਰੇ ਕੇਂਦਰ ਸੀਗੇ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਰ ਐਗਜ਼ਾਮ ਦੇ ਵਿੱਚ ਇੱਕ ਆਪਸ਼ਨ ਆਉਂਦੀ ਹੈ ਜਾਂ ਅੰਬਾਲਾ ਆ ਜਾਂਦੀ ਹੈ ਜਾਂ ਸਿਆਲਕੋਟ ਆ ਜਾਂਦੀ ਹੈ ਜਾਂ ਫਿਰ ਦਮਦਮ ਆ ਜਾਂਦੀ ਹੈ ਤਾਂ ਤੁਸੀਂ ਉਹ ਹਿਸਾਬ ਨਾਲ ਟਿਕ ਲਾਉਣਾ ਹੈ। ਅਗਰ ਇਸੇ ਤਰ੍ਹਾਂ ਬਣਿਆ ਕੁਐਸਚਨ ਆ ਗਿਆ ਤਾਂ ਉਪਰੋਕਤ ਸਾਰੇ ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਜੇ ਸਿੰਧੀਆ ਵਿਦਰੋਹੀਆਂ ਨਾਲ ਸ਼ਾਮਲ ਹੋ ਜਾਂਦਾ ਹੈ ਤਾਂ ਮੈਨੂੰ ਕੱਲ੍ਹ ਹੀ ਗਵਾਲੀਅਰ ਤੋਂ ਭੱਜਣਾ ਪਵੇਗਾ। ਸੋ ਇਹ ਕਥਨ ਸੀ, ਇਹ ਲਾਈਨ ਕਿਸ ਨੇ ਕਹੀ ਸੀ? ਲਾਰਡ ਇਰਵਿਨ ਨੇ, ਲਾਰਡ ਕਲਾਈਵ ਨੇ, ਲਾਰਡ ਕੈਨਿੰਗ ਨੇ ਜਾਂ ਫਿਰ ਵਾਰੇਨ ਹੇਸਟਿੰਗਜ਼ ਨੇ। ਤਾਂ ਇਹ ਸ਼ਬਦ ਹੈ, ਇਹ ਲਾਈਨ ਹੈ ਜਿਹੜੀ ਕਹੀ ਸੀ ਲਾਰਡ ਕੈਨਿੰਗ ਨੇ ਕਹੀ ਸੀ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਜਨਮ ਦਰ ਅਤੇ ਮੌਤ ਦਰ ਦੇ ਅੰਤਰ ਨੂੰ ਕੀ ਕਿਹਾ ਜਾਂਦਾ ਹੈ? ਜੋ ਜਨਮ ਦਰ ਅਤੇ ਮੌਤ ਦਰ ਦਾ ਅੰਤਰ ਹੁੰਦਾ ਹੈ, ਵਾਧਾ ਦਰ, ਸਤੋਲਿਤ ਦਰ, ਵਿਕਸਿਤ ਦਰ ਜਾਂ ਫਿਰ ਕੋਈ ਨਹੀਂ। ਤਾਂ ਇਹ ਕਿਹਾ ਜਾਂਦਾ ਹੈ ਜੀ ਵਾਧਾ ਦਰ। ਆਪਸ਼ਨ ਊੜਾ ਜਨਮ ਦਰ ਅਤੇ ਮੌਤ ਦਰ ਦਾ ਜੋ ਅੰਤਰ ਹੁੰਦਾ ਹੈ ਤਾਂ ਉਸ ਨੂੰ ਵਾਧਾ ਦਰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਆਸਟ੍ਰੇਲੀਆ ਸਰਕਾਰ ਦੀ ਸਫੈਦ ਨੀਤੀ ਕਰਕੇ ਇੱਥੋਂ ਦੀ ਵਸੋਂ ਕੀ ਹੈ? ਡੈਸ਼ ਪਾਇਆ ਗਿਆ ਹੈ। ਬਹੁਤ ਘੱਟ ਹੈ, ਸੰਘਣੀ ਹੈ ਜਾਂ ਫਿਰ ਠੀਕ ਠਾਕ ਹੈ। ਤਾਂ ਇਹਦਾ ਆਨਸਰ ਆਏਗਾ ਘੱਟ ਹੈ। ਆਪਸ਼ਨ ਆੜਾ ਆਸਟ੍ਰੇਲੀਆ ਸਰਕਾਰ ਦੀ ਸਫੈਦ ਨੀਤੀ ਕਰਕੇ ਜਿਹੜੀ ਆਸਟ੍ਰੇਲੀਆ ਦੀ ਵਸੋਂ ਹੈ ਤਾਂ ਉਹ ਘੱਟ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਤਾਪਮਾਨ ਦੇ ਆਧਾਰ 'ਤੇ ਧਰਤੀ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ? 4, 3, 2 ਜਾਂ ਫਿਰ 5। ਤਾਂ ਤਾਪਮਾਨ ਦੇ ਆਧਾਰ 'ਤੇ ਧਰਤੀ ਨੂੰ ਜਿਹੜਾ ਉਹ 4 ਭਾਗਾਂ ਦੇ ਵਿੱਚ ਵੰਡਿਆ ਗਿਆ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸੰਸਾਰ ਦੇ ਥਲ ਖੇਤਰ ਦਾ ਕਿੰਨਾ ਭਾਗ ਮਨੁੱਖ ਦੇ ਰਹਿਣ ਲਈ ਅਨੁਕੂਲ ਨਹੀਂ ਹੈ? ਸੋ ਨਹੀਂ ਹੈ ਦੇ ਪੁੱਛਿਆ ਗਿਆ 65%, 85%, 75% ਜਾਂ ਫਿਰ 55%। ਤਾਂ ਇਹ ਅਨੁਕੂਲ ਭਾਗ ਹੈ ਜਿਹੜਾ ਉਹ ਹੈ 75%। ਆਪਸ਼ਨ ਈ ਡੀ ਜੋ ਸੰਸਾਰ ਦੇ ਥਲ ਖੇਤਰ ਦਾ ਭਾਗ ਹੈ ਮਨੁੱਖ ਦੇ ਰਹਿਣ ਦੇ ਜੋ ਅਨੁਕੂਲ ਨਹੀਂ ਹੈ ਉਹ 75% ਹੈ। ਸੰਸਾਰ ਦਾ ਪੁੱਛਿਆ ਗਿਆ ਪੂਰਾ। ਅਗਲਾ ਪ੍ਰਸ਼ਨ ਹੈ ਕਿਰੂਣਾ ਅਤੇ ਗਲੀਵੀਅਰ ਦੀਆਂ ਲੋਹਾ ਖਾਣਾਂ ਦਾ ਸੰਬੰਧ ਕਿਸ ਨਾਲ ਹੈ? ਕਿਹੜੀ ਕੰਟਰੀ ਨਾਲ ਹੈ? ਬ੍ਰਾਜ਼ੀਲ, ਦੱਖਣੀ ਅਮਰੀਕਾ, ਭਾਰਤ ਜਾਂ ਫਿਰ ਸਵੀਡਨ। ਤਾਂ ਇਹ ਸੰਬੰਧ ਹੈ ਜੀ ਆਪਸ਼ਨ ਸੱਸਾ ਸਵੀਡਨ ਨਾਲ। ਕਿਰੂਣਾ ਅਤੇ ਗਲੀਵੀਅਰ ਦੀਆਂ ਜੋ ਲੋਹਾਂ ਦੀਆਂ ਖਾਣਾਂ ਨੇ ਇਹਦਾ ਸੰਬੰਧ ਹੈ ਜਿਹੜਾ ਸਵੀਡਨ ਦੇਸ਼ ਦੇ ਨਾਲ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਬ੍ਰਾਜ਼ੀਲ ਦੀ ਟੈਰਾ ਰੋਸਾ ਮਿੱਟੀ ਕਿਹੜੀ ਫਸਲ ਲਈ ਪ੍ਰਸਿੱਧ ਹੈ? ਚਾਹ, ਕੌਫੀ, ਚਾਵਲ ਜਾਂ ਫਿਰ ਪਟਸਨ ਲਈ। ਤਾਂ ਇਹ ਮਿੱਟੀ ਹੈ ਜਿਹੜੀ ਕੌਫੀ ਦੀ ਫਸਲ ਲਈ ਪ੍ਰਸਿੱਧ ਹੈ ਜੋ ਬ੍ਰਾਜ਼ੀਲ ਦੀ ਟੈਰਾ ਰੋਸਾ ਮਿੱਟੀ ਹੈ। ਸੋ ਇੱਥੇ ਵੀ ਕੁਐਸਚਨ ਪੁੱਛਿਆ ਜਾਂਦਾ ਕਿ ਟੈਰਾ ਰੋਸਾ ਮਿੱਟੀ ਹੈ ਜਿਹੜੀ ਇਹ ਕਿਹੜੇ ਦੇਸ਼ ਦੀ ਹੈ? ਤਾਂ ਬ੍ਰਾਜ਼ੀਲ ਦੀ ਹੈ। ਸੋ ਇੱਥੇ ਇਹ ਪੁੱਛਿਆ ਗਿਆ ਬ੍ਰਾਜ਼ੀਲ ਦੀ ਜੋ ਟੈਰਾ ਰੋਸਾ ਮਿੱਟੀ ਹੈ ਇਹ ਕਿਹੜੀ ਫਸਲ ਲਈ ਉਪਜਾਊ ਹੈ? ਕੌਫੀ ਲਈ। ਜਾਂ ਇਹ ਵੀ ਪੁੱਛਿਆ ਜਾ ਸਕਦਾ ਹੈ ਕੌਫੀ ਲਈ ਜਾਂ ਕੌਫੀ ਦੀ ਫਸਲ ਲਈ ਉਪਜਾਊ ਮਿੱਟੀ ਕਿਹੜੀ ਹੁੰਦੀ ਹੈ? ਤਾਂ ਆ ਜਾਏਗੀ ਟੈਰਾ ਰੋਸਾ। ਸੋ ਇੱਕੋ ਕੁਐਸਚਨ ਦੇ ਵਿੱਚ 3 ਕੁਐਸਚਨ ਹੈ ਜਿਹੜੇ ਬਣਦੇ ਨੇ। ਅਗਲਾ ਪ੍ਰਸ਼ਨ ਹੈ ਉਹ ਕਿਹੜਾ ਖੇਤਰ ਹੈ ਜਿਹਦੇ ਵਿੱਚ ਭੇਡਾਂ ਨੇ ਜਿਹੜੀਆਂ ਸੌਖ ਨਾਲ ਪਾਲੀਆਂ ਜਾ ਸਕਦੀਆਂ ਨੇ? ਉਸ ਖੇਤਰ ਦਾ ਨਾਮ ਦੱਸਣਾ ਹੈ। ਤਾਂ ਨੀਚੇ ਇਹ ਖੇਤਰ ਨੇ ਸਮਸ਼ੀਤ ਊਸ਼ਣ ਖੇਤਰ, ਸ਼ੀਤਖੰਡ, शीत उष्ण खेत्र या उपरोक्त
ਸਾਰੀ। ਤਾਂ ਇਹਦਾ ਰਾਈਟ ਆਨਸਰ ਆਏਗਾ ਆਪਸ਼ਨ ਊੜਾ ਸਮਸ਼ੀਤ ਊਸ਼ਣ ਖੇਤਰ, ਜਿੱਥੇ ਭੇਡਾਂ ਨੇ ਜਿਹੜੀਆਂ ਸੌਖ ਨਾਲ ਪਾਲੀਆਂ ਜਾ ਸਕਦੀਆਂ ਨੇ। ਅਗਲਾ ਪ੍ਰਸ਼ਨ ਹੈ ਕੀਮਤ ਪ੍ਰਣਾਲੀ ਅਤੇ ਪ੍ਰਤੀਯੋਗਤਾ ਕਿਸ ਤਰ੍ਹਾਂ ਦੀ ਅਰਥ ਵਿਵਸਥਾ ਦੀ ਮੁੱਖ ਵਿਸ਼ੇਸ਼ਤਾ ਹੈ? ਮਿਸ਼ਰਤ ਅਰਥ ਵਿਵਸਥਾ ਦੀ, ਪੂੰਜੀਵਾਦੀ ਅਰਥ ਵਿਵਸਥਾ ਦੀ, ਜਾਂ ਸਮਾਜਵਾਦੀ ਅਰਥ ਵਿਵਸਥਾ ਦੀ, ਜਾਂ ਫਿਰ ਉਪਰੋਕਤ ਸਾਰੀ। ਤਾਂ ਇਹ ਵਿਸ਼ੇਸ਼ਤਾ ਹੈ ਜੀ ਆਪਸ਼ਨ ਆੜਾ ਪੂੰਜੀਵਾਦੀ ਅਰਥ ਵਿਵਸਥਾ ਦੀ। ਕੀਮਤ ਪ੍ਰਣਾਲੀ ਅਤੇ ਪ੍ਰਤੀਯੋਗਤਾ ਇਹ ਜੋ ਵਿਵਸਥਾ ਹੈ ਅਰਥ ਵਿਵਸਥਾ ਹੈ, ਤਾਂ ਇਹ ਪੂੰਜੀਵਾਦੀ ਅਰਥ ਵਿਵਸਥਾ ਦੀ ਮੁੱਖ ਵਿਸ਼ੇਸ਼ਤਾ ਹੈ। ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 11, ਭਾਰਤੀ ਪ੍ਰਾਇਦੀਪੀ ਦੇ ਦੱਖਣੀ ਅਤੇ ਪੂਰਬੀ ਭਾਗ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ? ਲੈਟਰਾਈਟ ਮਿੱਟੀ, ਕਾਲੀ ਮਿੱਟੀ, ਪਰਬਤੀ ਮਿੱਟੀ, ਜਾਂ ਫਿਰ ਲਾਲ ਮਿੱਟੀ। ਤਾਂ ਮਿੱਟੀਆਂ ਦੇ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ, ਤਾਂ ਇਹ ਮਿੱਟੀ ਪਾਈ ਜਾਂਦੀ ਹੈ ਜੀ ਲਾਲ ਮਿੱਟੀ, ਆਪਸ਼ਨ ਸੱਸਾ। ਜੋ ਭਾਰਤੀ ਪ੍ਰਾਇਦੀਪ ਹੈ ਇਹਦੇ ਦੱਖਣੀ ਅਤੇ ਪੂਰਬੀ ਭਾਗ ਦੇ ਵਿੱਚ ਲਾਲ ਮਿੱਟੀ ਪਾਈ ਜਾਂਦੀ ਹੈ। ਅਗਲਾ ਪ੍ਰਸ਼ਨ ਹੈ ਸੁੱਕੇ ਮੇਵੇ ਕਿਸ ਤਰ੍ਹਾਂ ਦੀ ਬਨਸਪਤੀ 'ਚ ਪਾਏ ਜਾਂਦੇ ਨੇ? ਸਦਾਬਹਾਰ ਬਨਸਪਤੀ, ਪਤਝੜੀ ਬਨਸਪਤੀ, ਪਰਬਤੀ ਬਨਸਪਤੀ, ਜਾਂ ਫਿਰ ਡੈਲਟਾਈ ਬਨਸਪਤੀ। ਤਾਂ ਸੁੱਕੇ ਮੇਵੇ ਹੈ ਜਿਹੜੇ ਉਹ ਪਰਬਤੀ ਬਨਸਪਤੀ ਦੇ ਵਿੱਚ ਪਾਏ ਜਾਂਦੇ ਨੇ, ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਭਾਰਤ ਵਿੱਚ ਜੀਵਨ ਦੀ ਔਸਤ ਮਿਆਦ ਕਿੰਨੀ ਹੈ? 75 ਸਾਲ, 60 ਸਾਲ, ਜਾਂ 63.5 ਸਾਲ, ਜਾਂ ਫਿਰ 58.5 ਸਾਲ। ਤਾਂ ਭਾਰਤ ਵਿੱਚ ਜੀਵਨ ਦੀ ਔਸਤ ਮਿਆਦ ਹੈ ਜਿਹੜੀ ਉਹ 63.5 ਸਾਲ ਹੈ, ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਲਾਰਚ, ਬਿਰਚ, ਮੇਪਲ ਆਦਿ ਰੁੱਖ ਪਾਏ ਜਾਂਦੇ ਨੇ, ਇਹ ਰੁੱਖਾਂ ਦੇ ਨਾਮ ਨੇ। ਕਿੱਥੇ ਪਾਏ ਜਾਂਦੇ ਨੇ ਇਹ? ਟੁੰਡਰਾ ਪ੍ਰਦੇਸ਼, ਟਾਈਗਾ ਪ੍ਰਦੇਸ਼, ਸੇਂਟ ਲਾਰੈਂਸ ਪ੍ਰਦੇਸ਼, ਜਾਂ ਫਿਰ ਰੂਮ ਸਾਗਰੀ ਪ੍ਰਦੇਸ਼ ਦੇ ਵਿੱਚ। ਤਾਂ ਇਹ ਪਾਏ ਜਾਂਦੇ ਨੇ ਜੀ ਆਪਸ਼ਨ ਸੱਸਾ ਰੂਮ ਸਾਗਰੀ ਪ੍ਰਦੇਸ਼ ਦੇ ਵਿੱਚ ਇਹ ਰੁੱਖ ਨੇ, ਜਿਨ੍ਹਾਂ ਦੇ ਨਾਮ ਨੇ ਲਾਰਚ, ਬਿਰਚ, ਮੇਪਲ। ਇਹ ਰੁੱਖ ਜਿਹੜੇ ਰੂਮ ਸਾਗਰੀ ਪ੍ਰਦੇਸ਼ ਦੇ ਵਿੱਚ ਪਾਏ ਜਾਂਦੇ ਨੇ। ਅੱਗੇ ਫਲਾਂ ਦਾ ਟੋਕਰਾ ਕਿਹੜੇ ਖੰਡ ਨੂੰ ਕਿਹਾ ਜਾਂਦਾ ਹੈ? ਫਲਾਂ ਦਾ ਟੋਕਰਾ ਮੋਸਟ ਇੰਪੋਰਟੈਂਟ ਹੈ, ਤਾਂ ਇਹ ਵੀ ਕਿਹਾ ਜਾਂਦਾ ਜਿਹੜਾ ਰੂਮ ਸਾਗਰੀ ਪ੍ਰਦੇਸ਼ ਨੂੰ। ਸੋ ਜੋ 14 ਨੰਬਰ ਕੁਐਸਚਨ ਹੈ ਇਹਦਾ ਜਿਹੜਾ ਰਾਈਟ ਆਨਸਰ ਆਏਗਾ ਉਹ ਆੜਾ ਆਏਗਾ। ਸੋ ਗਲਤੀ ਨਾਲ ਤੁਹਾਨੂੰ ਸੱਸਾ ਦੱਸਿਆ ਗਿਆ, ਸੱਸਾ ਆਨਸਰ ਨਹੀਂ ਆਏਗਾ। ਟਾਈਗਾ ਪ੍ਰਦੇਸ਼ ਦੇ ਵਿੱਚ ਇਹ ਰੁੱਖ ਪਾਏ ਜਾਂਦੇ ਨੇ ਅਤੇ ਫਲਾਂ ਦਾ ਟੋਕਰਾ ਜਿਹੜਾ ਉਹ ਰੂਮ ਸਾਗਰੀ ਪ੍ਰਦੇਸ਼ ਨੂੰ ਕਿਹਾ ਜਾਂਦਾ ਹੈ, ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਪਹਾੜੀ ਖੇਤਰ ਮੈਦਾਨੀ ਭਾਗਾਂ ਨਾਲੋਂ ਠੰਡੇ ਕਿਉਂ ਹੁੰਦੇ ਨੇ? ਸਮੁੰਦਰ ਤੋਂ ਦੂਰੀ ਕਾਰਨ, ਸਮੁੰਦਰ ਤਲ ਦੀ ਉਚਾਈ ਕਾਰਨ, ਲੰਬਕਾਰ ਅਤੇ ਵਿਥਕਾਰ ਕਾਰਨ, ਜਾਂ ਫਿਰ ਸਮੁੰਦਰੀ ਧਾਰਾਵਾਂ ਕਾਰਨ। ਤਾਂ ਜੋ ਪਹਾੜੀ ਖੇਤਰ ਨੇ ਇਹ ਮੈਦਾਨੀ ਭਾਗਾਂ ਨਾਲੋਂ ਇਸ ਲਈ ਠੰਡੇ ਹੁੰਦੇ ਨੇ ਕਿਉਂਕਿ ਸਮੁੰਦਰੀ ਤਲ ਤੋਂ ਇਹਨਾਂ ਦੀ ਉਚਾਈ ਜ਼ਿਆਦਾ ਹੁੰਦੀ ਹੈ, ਸਮੁੰਦਰੀ ਤਲ ਦੀ ਉਚਾਈ ਕਾਰਨ, ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਰਤ ਦੇ ਉਪਭੋਗ ਲਈ ਚੁਕਾਈ ਗਈ ਕੀਮਤ ਕੀ ਕਹਿਲਾਉਂਦੀ ਹੈ? ਮਜ਼ਦੂਰੀ, ਮੁਦਰਾ, ਲਗਾਨ, ਜਾਂ ਫਿਰ ਪੂੰਜੀ। ਤਾਂ ਕਿਰਤ ਦੇ ਉਪਭੋਗ ਲਈ ਚੁਕਾਈ ਗਈ ਕੀਮਤ ਹੈ ਜਿਹੜੀ ਉਹ ਮਜ਼ਦੂਰੀ ਕਹਾਉਂਦੀ ਹੈ, ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਬਾਕਸਾਈਟ ਖਣਿਜ ਪਦਾਰਥ ਸੰਬੰਧੀ ਕਿਹੜਾ ਤੱਥ ਅਢੁਕਵਾਂ ਹੈ? ਤਾਂ ਇਹਦਾ ਰਾਈਟ ਆਨਸਰ ਆਏਗਾ ਇਸ ਨੂੰ ਜੰਗਾਲ ਨਹੀਂ ਲੱਗਦਾ, ਆਪਸ਼ਨ ਆੜਾ। ਜੋ ਬਾਕਸਾਈਟ ਖਣਿਜ ਪਦਾਰਥ ਸੰਬੰਧੀ ਤੱਥ ਹੈ ਜਿਹੜਾ ਉਹ ਢੁਕਵਾਂ ਹੈ, ਢੁਕਦਾ ਹੈ, ਯਾਨੀ ਕਿ ਸਹੀ ਹੈ, ਇਸ ਨੂੰ ਜੰਗਾਲ ਨਹੀਂ ਲੱਗਦਾ, ਆਪਾਂ ਜਰ ਵੀ ਕਹਿ ਦਿੰਦੇ ਹਾਂ। ਅਗਲਾ ਪ੍ਰਸ਼ਨ ਹੈ ਸ਼ੀਤ ਊਸ਼ਣ ਘਾਹ ਖੇਤਰਾਂ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ? ਜੋ ਸ਼ੀਤ ਊਸ਼ਣ ਘਾਹ ਹੁੰਦੇ ਨੇ ਇਹ ਖੇਤਰ ਨੇ ਜਿਹੜੇ, ਤਾਂ ਇਹਦੇ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ? ਲਾਲ ਮਿੱਟੀ, ਭੂਰੀ ਮਿੱਟੀ, ਕਾਲੀ ਮਿੱਟੀ, ਜਾਂ ਫਿਰ ਪੌਂਡਸੋਲ ਮਿੱਟੀ। ਤਾਂ ਇਹਦੇ ਵਿੱਚ ਪਾਈ ਜਾਂਦੀ ਹੈ ਜੀ ਕਾਲੀ ਮਿੱਟੀ। ਸੋ ਆਪਣੇ ਪਾਈ ਜਾਂਦੀ ਹੈ
ਜਲੋੜ ਮਿੱਟੀ, ਇਹ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਹੈ, ਮਹਾਨ ਅਰਥ ਸ਼ਾਸਤਰੀ ਕਿਹੜੇ ਮੁਸਲਿਮ ਸ਼ਾਸਕ ਨੂੰ ਕਿਹਾ ਜਾਂਦਾ ਹੈ? ਸ਼ੇਰਸ਼ਾਹ ਸੂਰੀ, ਔਰੰਗਜ਼ੇਬ, ਇਲਤੁਤਮਿਸ ਜਾਂ ਫਿਰ ਅਲਾਉਦੀਨ ਖਿਲਜੀ। ਤਾਂ ਮਹਾਨ ਅਰਥ ਸ਼ਾਸਤਰੀ ਜਿਹੜਾ ਮੁਸਲਮਾਨ, ਇੱਥੋਂ ਆਪਾਂ ਹਿੰਟ ਲੈ ਸਕਦੇ ਹਾਂ, ਮੁਸਲਮਾਨ ਸ਼ਾਸਕ ਸੀ ਜਿਹੜਾ, ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਉਹ ਕਿਹਾ ਜਾਂਦਾ ਹੈ ਜੀ ਆਪਸ਼ਨ ਸੱਸਾ ਅਲਾਉਦੀਨ ਖਿਲਜੀ ਨੂੰ। ਸੋ ਦੋਸਤੋ ਇਹ ਮੋਸਟ ਇੰਪੋਰਟੈਂਟ ਕੁਐਸਚਨ ਸੀ ਜੋ ਪੁਰਾਣੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ। ਅਗਲੇ ਕੁਐਸਚਨ ਵੀ ਜਲਦੀ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ, ਹੋ ਸਕਦਾ 3 ਵਜੇ ਵਾਲੀ ਕਲਾਸ ਵਿੱਚ ਤੁਹਾਨੂੰ ਇਸੇ ਪੇਪਰ ਦੇ ਕੁਐਸਚਨ ਅੱਜ ਪ੍ਰੋਵਾਈਡ ਕਰ ਦਈਏ। ਬਾਕੀ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ, ਬਾਕੀ ਧਿਆਨ ਨਾਲ ਕੁਐਸਚਨ ਇਹ ਰੀਡ ਕਰ ਲਿਓ, ਕਿਉਂਕਿ ਅਕਸਰ ਪੁਰਾਣੇ ਐਗਜ਼ਾਮਾਂ ਦੇ ਵਿੱਚ ਆਏ ਗਏ ਕੁਐਸਚਨ ਐਗਜ਼ਾਮ ਦੇ ਵਿੱਚ ਰਿਪੀਟ ਹੈ ਜਿਹੜੇ ਉਹ ਕਰ ਦਿੱਤੇ ਜਾਂਦੇ ਨੇ। ਹੋ ਸਕਦਾ ਤੁਹਾਨੂੰ 2 ਤੋਂ ਲੈ ਕੇ 5 ਤੱਕ ਇਹ ਕੁਐਸਚਨ ਐਗਜ਼ਾਮ ਦੇ ਵਿੱਚ ਮਿਲ ਜਾਣ, ਬਾਕੀ ਤੁਹਾਡੀ ਕਿਸਮਤ ਹੋਏਗੀ। ਬਾਕੀ ਅਗਲੇ ਕੁਐਸਚਨ ਜਲਦੀ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ। ਧੰਨਵਾਦ ਜੀ।